ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪਾਂ ਪੜ੍ਹ ਰਹੇ ਹਾਂ ਸੰਤ ਜਰਨੈਲ ਸਿੰਘ ਦੇ ਬਾਰੇ। ਉਹਨਾਂ ਨੂੰ ਕਿਸ ਤਰ੍ਹਾਂ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਉਹਨਾਂ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਕਿਸ ਤਰ੍ਹਾਂ ਪੰਜਾਬ ਦੇ ਵਿੱਚ ਮਾਹੌਲ ਸੀਗਾ, ਕਿਸ ਤਰ੍ਹਾਂ ਸਿੱਖਾਂ ਨੂੰ ਜੇਲ੍ਹਾਂ ਦੇ ਵਿੱਚ ਜਿਹੜਾ ਬੰਦ ਕੀਤਾ ਜਾ ਰਿਹਾ ਸੀ। ਚਲੋ ਅੱਗੇ ਪੜ੍ਹਦੇ ਹਾਂ। ਸਾਡੇ ਪਾਸ ਕੋਈ ਪੱਕੇ ਤੱਥ ਤਾਂ ਨਹੀਂ ਹੁੰਦੇ, ਕਈ ਵਾਰੀ ਅੰਦਾਜ਼ਿਆਂ ਦੇ ਆਧਾਰ 'ਤੇ ਨਤੀਜੇ ਕੱਢਣ ਲੱਗ ਜਾਂਦੇ। ਇੱਕ ਦਿਨ 8-10 ਜਣੇ ਇੱਕੋ ਬੈਰਕ ਵਿੱਚ ਬੈਠੇ ਸਾਂ। ਗੱਲਾਂ ਇਹ ਹੋਣ ਲੱਗੀਆਂ ਕਿ ਅਕਾਲੀਆਂ ਨੂੰ ਪਤਾ ਸੀ ਕਿ ਦਰਬਾਰ ਸਾਹਿਬ ਉੱਪਰ ਐਡਾ ਭਿਆਨਕ ਹਮਲਾ ਹੋਵੇਗਾ। ਇੰਦਰਜੀਤ ਸਿੰਘ ਸੇਖੋਂ ਐਡਵੋਕੇਟ ਫਰੀਦਕੋਟ ਨੇ ਕਿਹਾ, ਜਦੋਂ ਦਰਬਾਰ ਸਾਹਿਬ ਉੱਪਰ ਹਮਲੇ ਦੀ ਖਬਰ ਸੁਣੀ ਤਾਂ ਅਸੀਂ ਥੋੜ੍ਹੇ ਸਮੇਂ ਵਿੱਚ ਸੈਂਕੜੇ ਲੋਕ ਇਕੱਠੇ ਹੋ ਗਏ ਅਤੇ ਫੈਸਲਾ ਹੋਇਆ ਕਿ ਆਪਾਂ ਵੀ ਦਰਬਾਰ ਸਾਹਿਬ ਚਾਲੇ ਪਾਈਏ ਅਤੇ ਮਰੀਏ। ਅਜੇ ਇਹ ਖਬਰ ਨਹੀਂ ਮਿਲੀ ਕਿ ਸੰਤ ਜਰਨੈਲ ਸਿੰਘ ਮਾਰਿਆ ਗਿਆ ਹੈ। ਅਜੇ ਸ਼ੁਰੂਆਤ ਹੀ ਹੋਈ ਸੀ। ਗੋਲੀਬਾਰੀ ਦੋ ਪਾਸਿਆਂ ਤੋਂ ਚੱਲ ਰਹੀ ਸੀ। ਕਈ ਸਿਆਣੇ ਬੰਦੇ ਕਹਿਣ ਲੱਗੇ ਕਰਫਿਊ ਲੱਗੇ ਹੋਏ ਹਨ, ਆਪਾਂ ਨੂੰ ਚਾਹੀਦਾ ਕਿ ਬਾਦਲ ਸਾਹਿਬ ਨੂੰ ਨਾਲ ਲੈ ਕੇ ਚੱਲਦੇ ਹਾਂ। ਲੀਡਰ ਦੀ ਹੋਰ ਕੋਈ ਗੱਲ ਹੁੰਦੀ ਆ। ਵਿੰਗੇ ਟੇਢੇ ਰਸਤਿਆਂ ਥਾਣੀ ਹੁੰਦੇ ਹੋਏ ਇੱਕ ਜਥਾ ਬਾਦਲ ਪਿੰਡ ਵਿੱਚ ਪਹੁੰਚ ਗਿਆ। ਕੋਠੀਓਂ ਪਤਾ ਲੱਗਾ ਕਿ ਬਾਦਲ ਸਾਹਿਬ ਖੇਤ ਗਏ ਹੋਏ ਹਨ। ਜਥਾ ਖੇਤ ਪਹੁੰਚਿਆ। ਬਾਦਲ ਸਾਹਿਬ ਖਰਬੂਜੇ ਖਾ ਰਹੇ ਸੀ। ਪੁੱਛਣ ਲੱਗੇ, ਦੱਸੋ ਕਿਵੇਂ ਆਏ ਹੋ? ਅਸੀਂ ਦੱਸਿਆ ਕਿ ਦਰਬਾਰ ਸਾਹਿਬ ਚੱਲੋ, ਉੱਥੇ ਫੌਜ ਬਹੁਤ ਨੁਕਸਾਨ ਕਰ ਸਕਦੀ ਹੈ। ਬਾਦਲ ਸਾਹਿਬ ਹੱਸ ਪਏ ਅਤੇ ਕਹਿਣ ਲੱਗੇ, ਆਪਣੇ ਆਪਣੇ ਘਰਾਂ ਨੂੰ ਤੁਰ ਜਾਓ ਵਾਪਸ। ਤੁਸੀਂ ਘੇਰਾ ਪੈਣ ਦੀ ਗੱਲ ਸੁਣੀ ਹੈ? ਅਜੇ ਬੜਾ ਕੁਝ ਹੋਣਾ ਵਾ, ਵਾਪਸ ਪਰਤ ਜਾਓ। ਇਹ ਗੱਲ ਸੁਣ ਕੇ ਸੇਖੋਂ ਨੇ ਕਿਹਾ, ਸਭ ਵਾਪਸ ਆ ਗਏ। ਪਿੱਛੋਂ ਖਬਰ ਸੁਣਦੇ ਰਹੇ ਕਿ ਸੰਤ ਸਮੇਤ ਹਜ਼ਾਰਾਂ ਬੰਦੇ ਮਾਰੇ ਗਏ ਹਨ। ਫੌਜ ਦੇ ਦਰਬਾਰ ਸਾਹਿਬ ਨੂੰ ਕਬਜ਼ੇ ਵਿੱਚ ਕਰ ਲਿਆ। ਬਾਦਲ ਸਾਹਿਬ ਨੇ ਚੰਡੀਗੜ੍ਹ ਪ੍ਰੈਸ ਕਾਨਫਰੰਸ ਸੰਬੋਧਨ ਕੀਤੀ। ਫੌਜੀਆਂ ਨੂੰ ਬਗਾਵਤ ਕਰਨ ਲਈ ਕਿਹਾ। ਖਾਲਿਸਤਾਨ ਬਣਨੋਂ ਹੁਣ ਕੋਈ ਨਹੀਂ ਰੋਕ ਸਕਦਾ। ਆਦਿਕ ਗੱਲਾਂ ਕਰਕੇ ਫਿਰ ਅੰਡਰਗਰਾਊਂਡ ਹੋ ਗਏ। ਬਾਅਦ ਵਿੱਚ ਗ੍ਰਿਫਤਾਰੀ ਹੋਈ। ਇੱਥੋਂ ਜਾਪਦਾ ਹੈ ਕਿ ਬਾਦਲ ਸਾਹਿਬ ਦੀ ਸਰਕਾਰ ਨਾਲ ਸਾਂਝ ਸੀ। ਨਹੀਂ, ਕਿਵੇਂ ਕਰਫਿਊ ਦੇ ਦੌਰਾਨ ਉਹ ਪਿੱਛੋਂ ਚੰਡੀਗੜ੍ਹ ਪਿੰਡ ਪੁੱਜ ਜਾਂਦੇ। ਲੱਗਦਾ ਇਹ ਹੈ ਕਿ ਟੋਰਾ ਸਾਹਿਬ ਅਤੇ ਲੌਂਗੋਵਾਲ ਸੰਤ ਨੂੰ ਨਾ ਪਤਾ ਹੋਵੇ, ਕਿਉਂਕਿ ਜੇ ਉਹਨਾਂ ਨੂੰ ਪਤਾ ਹੁੰਦਾ ਫਿਰ ਇਹ ਹਮਲੇ ਤੋਂ ਪਹਿਲਾਂ ਦਰਬਾਰ ਸਾਹਿਬ ਵਿੱਚੋਂ ਬਾਹਰ ਆ ਜਾਂਦੇ ਅਤੇ ਇਸ ਦੋਸ਼ ਤੋਂ ਬਚ ਵੀ ਜਾਂਦੇ ਕਿ ਇਹ ਸਿੱਖਾਂ ਦੀਆਂ ਲਾਸ਼ਾਂ ਨੂੰ ਲਤਾੜਦੇ ਹੋਏ ਗ੍ਰਿਫਤਾਰ ਹੋਏ ਹਨ। ਬਾਦਲ ਸਾਹਿਬ ਇਸ ਬਦਨਾਮੀ ਤੋਂ ਬਚਣ ਵਿੱਚ ਸਫਲ ਹੋ ਗਏ। ਸਰਦਾਰ ਦਰਸ਼ਨ ਸਿੰਘ ਈਸਾਪੁਰ ਉਦੋਂ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਸ਼੍ਰੋਮਣੀ ਗੁਰਦੁਆਰਾ ਕਮੇਟੀ ਦੇ ਸਨ ਅਤੇ ਕਹਿਣ ਲੱਗੇ, ਮਈ ਦੇ ਮਹੀਨੇ ਦੀ ਗੱਲ ਹੈ। ਮੈਂ ਦਰਬਾਰ ਸਾਹਿਬ ਦੁਆਲੇ ਪਰਿਕਰਮਾ ਵਿੱਚ ਫਿਰ ਰਿਹਾ ਸੀ। ਮੈਂ ਦੇਖਿਆ ਤੇਜ਼ ਕਦਮੀ ਟੋਰਾ ਸਾਹਿਬ ਆ ਰਹੇ ਸਨ। 5-4 ਜਣੇ ਹੋਰ ਸੱਜੇ ਖੱਬੇ ਸਨ। ਮੈਂ ਫਤਿਹ ਅਰਜ ਕੀਤੀ। ਉਹ ਰੁਕੇ ਨਹੀਂ, ਸਿਰ ਝੁਕਾ ਕੇ ਫਤਿਹ ਨੂੰ ਸਵੀਕਾਰ ਕੀਤਾ। ਤੇਜ਼ੀ ਨਾਲ ਅਕਾਲ ਤਖਤ ਸਾਹਿਬ ਦੀਆਂ ਪੌੜੀਆਂ ਚੜ੍ਹ ਗਏ। ਡਰਾਈਵਰ ਨੂੰ ਮੈਂ ਪੁੱਛਿਆ, ਕਿੱਥੋਂ ਆ ਰਹੇ? ਉਸਨੇ ਦੱਸਿਆ ਕਿ ਚੰਡੀਗੜ੍ਹ ਰਾਜ ਭਵਨ ਤੋਂ ਆ ਰਹੇ। ਮੈਂ ਕੁਝ ਦੇਰ ਫਿਰ ਉੱਤੇ ਹੀ ਪਰਿਕਰਮਾ ਵਿੱਚ ਘੁੰਮਣ ਲੱਗਾ। 10-15 ਮਿੰਟਾਂ ਬਾਅਦ ਪ੍ਰਧਾਨ ਜੀ ਤਖਤ ਸਾਹਿਬ ਦੀ ਇਮਾਰਤ ਵਿੱਚੋਂ ਬਾਹਰ ਨਿਕਲੇ। ਹੌਲੀ ਥੱਕੇ ਕਦਮੀ ਵਾਪਸ ਆ ਰਹੇ ਸਨ। ਆਉਣ ਵੇਲੇ ਵੀ ਤੇਜ਼ੀ ਗਾਇਬ ਸੀ। ਮੈਂ ਨੇੜੇ ਗਿਆ। ਉਹਨਾਂ ਦੇ ਚਿਹਰੇ ਉੱਪਰ ਨਿਰਾਸ਼ਤਾ, ਉਦਾਸੀ ਅਤੇ ਪਰਛਾਵਾਂ ਸਾਫ਼ ਦਿਸ ਰਿਹਾ ਸੀ। ਮੈਂ ਅੱਗੋਂ ਹੋ ਕੇ ਪੁੱਛਿਆ, ਪ੍ਰਧਾਨ ਜੀ ਖੈਰ ਸੁੱਖ ਤਾਂ ਹੈ? ਉਹ ਬੋਲੇ, ਇਸ ਸਾਧ ਨੂੰ ਸਮਝਾ ਲਓ, ਜੇ ਸਮਝਦਾ ਹੈ ਆਪ ਮਰੇਗਾ ਨਾਲੇ ਹੋਰਾਂ ਨੂੰ ਮਰਵਾਵੇਗਾ। ਹੋਰ ਕੋਈ ਗੱਲ ਨਹੀਂ ਕੀਤੀ ਪ੍ਰਧਾਨ ਜੀ ਨੇ। ਮੈਂ ਪਤਾ ਲਗਾਉਣ ਲਈ ਉਤਸੁਕ ਹੋਇਆ। ਪ੍ਰਧਾਨ ਜੀ ਫਿਰ ਚੰਡੀਗੜ੍ਹ ਚਲੇ ਗਏ। ਜਾਣਕਾਰੀ ਮਿਲੀ ਕਿ ਕੇਂਦਰ ਸਰਕਾਰ ਨੇ ਗਵਰਨਰ ਪੰਜਾਬ ਸ੍ਰੀ ਪਾਂਡੇ ਰਾਹੀਂ ਅਕਾਲੀਆਂ ਨੂੰ ਪੰਜਾਬ ਵਿੱਚ ਸਰਕਾਰ ਬਣਾਉਣ ਦੀ ਪੇਸ਼ਕਸ਼ ਕੀਤੀ ਸੀ ਅਤੇ ਕਾਂਗਰਸ ਨੇ ਸਮਰਥਨ ਦੇਣਾ ਸੀ। ਟੋਰਾ ਸਾਹਿਬ ਨੇ ਬਾਦਲ ਸਾਹਿਬ ਨੂੰ ਇਸ ਗੱਲ ਲਈ ਮਨਾ ਲਿਆ ਕਿ ਮੁੱਖ ਮੰਤਰੀ ਟੋਰਾ ਸਾਹਿਬ ਹੋਣ। ਸ਼ਰਤ ਇਹ ਸੀ ਕਿ ਅਨੰਦਪੁਰ ਦੇ ਮਤੇ ਦੀਆਂ ਕਹਾਣੀਆਂ ਪਾਉਣੀਆਂ ਛੱਡੋ ਅਤੇ ਸੰਤ ਜਰਨੈਲ ਸਿੰਘ ਨੂੰ ਸਹਿਮਤ ਕਰੋ। ਉਹ ਇਸ ਸਰਕਾਰ ਵਿਰੁੱਧ ਨਾ ਬੋਲੇ ਅਤੇ ਨਾ ਚੱਲੇ। ਟੋਰਾ ਸਾਹਿਬ ਇਹੋ ਗੱਲ ਸੰਤ ਨਾਲ ਕਰਨ ਰਾਜ ਭਵਨ ਤੋਂ ਆਏ ਸਨ। ਸੰਤ ਨੇ ਪੁੱਛਿਆ, ਜਿਹੜੀਆਂ ਸੌਹਾਂ ਅਕਾਲ ਤਖਤ 'ਤੇ ਲੱਖਾਂ ਬੰਦਿਆਂ ਨੂੰ ਖਵਾਈਆਂ ਅਤੇ ਆਪ ਖਾਧੀਆਂ, ਕਿ ਅਨੰਦਪੁਰ ਦੇ ਮਤੇ ਤੋਂ ਘੱਟ ਕੁਝ ਪ੍ਰਵਾਨ ਨਹੀਂ ਕਰਾਂਗੇ, ਉਹਨਾਂ ਸੌਹਾਂ ਦਾ ਕੀ ਬਣੂ? ਪ੍ਰਧਾਨ ਜੀ ਬੋਲੇ, ਸਿਆਸਤ ਵਿੱਚ ਸਭ ਕੁਝ ਚੱਲਦਾ, ਇਹੋ ਜਿਹਾ ਕੀ ਫਰਕ ਪੈਂਦਾ? ਸੰਤ ਨੇ ਕਿਹਾ, ਅਕਾਲੀ ਦਲ ਵਿੱਚ ਹੁੰਦਾ ਹੋਵੇਗਾ ਇਹ ਸਭ ਕੁਝ। ਸਾਡੀ ਟਕਸਾਲ ਦੀ ਸਹੁੰ ਤੋੜਨ ਦੀ ਕੋਈ ਪਰੰਪਰਾ ਨਹੀਂ ਹੈ। ਇਹ ਬਾਬਾ ਦੀਪ ਸਿੰਘ ਜੀ ਦੀ ਟਕਸਾਲ ਹੈ। ਇੰਨੀ ਛੇਤੀ ਹੌਸਲਾ ਨਾ ਢਾਓ ਪ੍ਰਧਾਨ ਜੀ, ਸਭ ਕੁਝ ਮਿਲੇਗਾ ਅਤੇ ਕਾਹਲ ਨਾ ਕਰੋ, ਇੱਕ ਰਹੋ। ਅਨੰਦਪੁਰ ਦਾ ਮਤਾ ਪ੍ਰਵਾਨ ਕਰਵਾ ਲਈਏ। ਉਸ ਪਿੱਛੋਂ ਪੰਜਾਬ ਸਰਕਾਰ ਵਿੱਚ ਮੇਰੇ ਮੁੱਖ ਮੰਤਰੀ ਤੁਸੀਂ ਹੋਵੋਗੇ, ਵਾਅਦਾ ਰਿਹਾ। ਟੋਰਾ ਸਾਹਿਬ ਦੀ ਇੱਛਾ ਦੀ ਪੂਰਤੀ ਨਹੀਂ ਹੋਈ, ਜਿਸ ਕਰਕੇ ਉਹ ਨਿਰਾਸ਼ ਵਾਪਸ ਚੰਡੀਗੜ੍ਹ 'ਤੇ ਪਹੁੰਚ ਗਏ ਅਤੇ ਗਵਰਨਰ ਨੂੰ ਕਹਿ ਆਏ ਕਿ ਭਿੰਡਰਾਂਵਾਲਾ ਸਾਧ ਸਾਡੀ ਕੋਈ ਗੱਲ ਨਹੀਂ ਮੰਨਦਾ, ਇਸ ਕਰਕੇ ਉਹ ਜਾਣੇ ਜਾਂ ਸਰਕਾਰ ਜਾਣੇ, ਜੋ ਮਰਜ਼ੀ ਕਰ ਲਓ। ਮੈਂ ਪੁੱਛਿਆ, ਈਸਾਪੁਰ ਜੀ ਇਹ ਕਿਵੇਂ ਸੰਭਵ ਹੋ ਗਿਆ ਕਿ ਟੋਰਾ ਸਾਹਿਬ ਨੂੰ ਮੁੱਖ ਮੰਤਰੀ ਬਣਾਉਣ ਲਈ ਬਾਦਲ ਸਾਹਿਬ ਰਜਾਮੰਦ ਹੋ ਜਾਣ? ਈਸਾਪੁਰ ਨੇ ਕਿਹਾ, ਬਾਦਲ ਸਾਹਿਬ ਮੰਨ ਗਏ ਹਨ ਕਿਉਂਕਿ ਇਹ ਆਰਜੀ ਪ੍ਰਬੰਧ ਸੀ। ਕੁਝ ਦੇਰ ਬਾਅਦ ਵਿਧਾਨ ਸਭਾ ਦੀ ਟਰਮ ਖਤਮ ਹੋ ਜਾਣੀ ਸੀ ਅਤੇ ਮੁੜ ਅਸੈਂਬਲੀ ਚੋਣਾਂ ਹੋਣੀਆਂ ਸਨ। ਕਾਂਗਰਸ ਦੀ ਹਮਾਇਤ ਲੈ ਕੇ ਟੋਰਾ ਸਾਹਿਬ ਮੁੱਖ ਮੰਤਰੀ ਬਣਦੇ ਤਾਂ ਟੋਰਾ ਸਾਹਿਬ ਦੀ ਸਿਆਸੀ ਸ਼ਾਖ ਡਿੱਗਦੀ। ਟੋਰਾ ਸਾਹਿਬ ਉੱਪਰ ਲੋੜ ਪੈਣ 'ਤੇ ਕਾਂਗਰਸ ਦਾ ਏਜੰਟ ਹੋਣ ਦਾ ਇਲਜ਼ਾਮ ਲੱਗਦਾ। ਸੋ ਬਾਦਲ ਸਾਹਿਬ ਨੂੰ ਇਹ ਸੂਤ ਬੈਠਦਾ ਸੀ। ਜਦੋਂ ਇਹ ਸਕੀਮ ਸੰਤ ਨੇ ਫੇਲ ਕਰ ਦਿੱਤੀ ਤਾਂ ਪ੍ਰਧਾਨ ਜੀ ਅੱਗੇ ਜੋ ਕਰਨਾ ਕਰ ਲਓ। ਇਉਂ ਮੈਂ ਸਮਝਦਾ ਹਾਂ ਟੋਰਾ ਸਾਹਿਬ ਨੂੰ ਨਤੀਜਿਆਂ ਦਾ ਪਤਾ ਸੀ। ਹੁਣ ਰਹਿ ਗਏ ਸੰਤ ਹਰਚੰਦ ਸਿੰਘ ਲੌਂਗੋਵਾਲ। ਮੈਂ ਇਸ ਸੰਤ ਨੂੰ ਕਈ ਵਾਰੀ ਮਿਲਿਆ ਅਤੇ ਵਿਖਿਆਨ ਵੀ ਸੁਣੇ, ਕਥਾ ਕੀਰਤਨ ਵੀ ਸੁਣਿਆ ਉਹਨਾਂ ਦਾ। ਉਹ ਪੂਰੀ ਤਰ੍ਹਾਂ ਥੋਥਾ ਜਿਹਾ ਆਦਮੀ ਸੀ।
ਉਸ ਨੂੰ ਸਿੱਖ ਸਿਧਾਂਤ ਦੀ ਨਾ ਸਮਝ ਸੀ ਅਤੇ ਨਾ ਸਿੱਖਾਂ ਦੇ ਖੁਸ਼ਹਾਲ ਭਵਿੱਖ ਲਈ ਉਹ ਇਮਾਨਦਾਰ ਸੀ। ਬਾਦਲ ਸਾਹਿਬ, ਬਰਨਾਲਾ ਸਾਹਿਬ ਅਤੇ ਬਲਵੰਤ ਸਿੰਘ ਉਸ ਨੂੰ ਜਿਵੇਂ ਚਲਾਉਂਦੇ ਉਹ ਚੱਲੀ ਜਾਂਦਾ ਸੀ। ਉੱਥੇ ਅਕਾਲੀਆਂ ਵਿੱਚ ਆਮ ਮੁਹਾਵਰਾ ਹੋ ਗਿਆ, ਸੰਤ ਲੌਂਗੋਵਾਲ 3 ਥੱਥਿਆਂ ਦਾ 3 ਬੱਬਿਆਂ ਵਾਲਾ 3 ਵੀਲਰ ਹੈ। ਬੱਬਾ ਬਾਦਲ, ਬਰਨਾਲਾ ਅਤੇ ਬਲਵੰਤ ਸਿੰਘ। ਲੌਂਗੋਵਾਲ ਸਾਹਿਬ ਨੂੰ ਇਹ ਪਤਾ ਸੀ ਕਿ ਹਮਲਾ ਹੋਵੇਗਾ, ਪਰ ਯਕੀਨ ਸੀ ਕਿ ਪਹਿਲੋਂ ਉਸ ਨੂੰ ਗ੍ਰਿਫਤਾਰ ਕਰਕੇ ਬਾਅਦ 'ਚ ਹਮਲਾ ਹੋਊਗਾ। ਸਰਕਾਰ ਨਾਲ ਤਾਲਮੇਲ ਹੋਣ ਕਰਕੇ ਲੱਗਦਾ ਸੀ ਕਿ ਇੰਦਰਾ ਗਾਂਧੀ ਲਿਹਾਜ਼ ਕਰੇਗੀ, ਪਰ ਉਹ ਵਧੀਕ ਬੇਲਿਹਾਜ਼ ਨਿਕਲੀ। ਜਥੇਦਾਰ ਬਦਨਾਮ ਕਰ ਦਿੱਤੇ, ਸਮਝੋ ਗਊਆਂ ਦੀ ਹੱਤਿਆ ਕੀਤੀ ਗਈ। ਇਹ ਵਿਚਾਰੇ ਕਿਸੇ ਦਾ ਕੀ ਵਿਗਾੜਦੇ ਸਨ। ਮੈਂ ਜੇਲ੍ਹ ਵਿੱਚ ਸਾਂ ਕਿ ਪੰਜਾਬ ਵਿੱਚ ਹਿੰਸਕ ਵਾਰਦਾਤਾਂ ਹੋਣੀਆਂ ਸ਼ੁਰੂ ਹੋ ਗਈਆਂ। ਪੁਲਿਸ ਵੱਲੋਂ ਵਾਰਦਾਤਾਂ ਵਿੱਚ ਸ਼ਾਮਲ ਨੌਜਵਾਨ ਫੜ ਕੇ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰਨੇ ਆਰੰਭ ਹੋ ਗਏ। ਮੇਰੇ ਲਈ ਇਹ ਸਭ ਦੁਖਦਾਈ ਸੀ। ਮੈਨੂੰ ਲੱਗਦਾ ਸੀ ਕਿ ਜੇ ਵਾਰਦਾਤਾਂ ਜਾਰੀ ਰਹੀਆਂ ਤਾਂ ਸਿੱਖੀ ਜਵਾਨੀ ਖਤਮ ਹੋ ਜਾਏਗੀ। ਮੈਂ ਇੱਕ ਦਿਨ ਸਾਰੇ ਬੰਦੀ ਜਵਾਨ ਬੁਲਾ ਲਏ ਅਤੇ ਉਹਨਾਂ ਨੂੰ ਇੱਕ ਕਹਾਣੀ ਸੁਣਾਈ। ਕਹਾਣੀ ਕੀ ਸੀਗੀ? ਇੱਕ ਰਾਜੇ ਨੇ ਐਲਾਨ ਕੀਤਾ ਸੀ ਕਿ ਆਪਣੀ ਇਕਲੌਤੀ ਬੇਟੀ ਦਾ ਹੱਥ ਅਤੇ ਰਾਜ ਭਾਗ ਉਸ ਜਵਾਨ ਨੂੰ ਦਊਂਗਾ ਜਿਹੜਾ ਦਰਖਤ ਉੱਪਰ ਉੱਚੇ ਟੰਗੇ ਕੜੇ ਵਿੱਚੋਂ ਦੀ ਤੀਰ ਲੰਘਾਵੇ। ਜਿਹੜਾ ਮੁਕਾਬਲੇ ਵਿੱਚ ਸ਼ਾਮਲ ਹੋ ਕੇ ਤੀਰ ਨਹੀਂ ਲੰਘਾ ਸਕੇਗਾ ਉਸ ਨੂੰ ਕਤਲ ਕਰ ਦਿੱਤਾ ਜਾਵੇਗਾ। ਗਰੀਬ ਵਿਧਵਾ ਬੁੱਢੀ ਦੇ ਜਵਾਨ ਪੁੱਤਰ ਨੇ ਮਾਂ ਨੂੰ ਮੁਕਾਬਲੇ ਵਿੱਚ ਜਾਣ ਲਈ ਕਿਹਾ। ਮਾਂ ਬੜੀ ਰੋਈ, ਬੜਾ ਰੋਕਿਆ, ਤੂੰ ਕਿੱਧਰ ਦਾ ਤੀਰ ਅੰਦਾਜ਼ ਹੈ? ਖੁਦ ਮਰੇਗਾ ਤਾਂ ਮੈਨੂੰ ਵੀ ਬਰਬਾਦ ਕਰੇਗਾ। ਮੁੰਡੇ ਨੇ ਕਿਹਾ, ਇੰਜ ਜਿਉਣ ਨਾਲੋਂ ਮਰਨਾ ਹੀ ਚੰਗਾ। ਉਸ ਨੇ ਤੀਰ ਤੇ ਕਮਾਨ ਚੁੱਕਿਆ ਅਤੇ ਮਹਿਲਾਂ ਦਾ ਰਸਤਾ ਫੜ ਲਿਆ। ਰੱਬ ਦਾ ਨਾਂ ਲੈ ਕੇ ਤੀਰ ਛੱਡ ਦਿੱਤਾ। ਇਤਫਾਕ ਹੋਇਆ ਕਿ ਛੂਕਦਾ ਹੋਇਆ ਤੀਰ ਕੜੇ ਦੇ ਵਿੱਚੋਂ ਲੰਘ ਗਿਆ। ਜੈ ਜੈਕਾਰ ਹੋਣ ਲੱਗੀ। ਵਿਆਹ ਦੀਆਂ ਰਸਮਾਂ ਸ਼ੁਰੂ ਹੋ ਗਈਆਂ। ਤਾਜਪੋਸ਼ੀ ਦੀਆਂ ਤਿਆਰੀ ਵਕਤ ਨੌਜਵਾਨ ਨੇ ਕਿਹਾ, ਮੈਂ ਆਪਣੇ ਖਾਨਦਾਨ ਦੀ ਇੱਕ ਰਸਮ ਵੀ ਤਾਜਪੋਸ਼ੀ ਵਕਤ ਨਿਭਾਉਣੀ ਹੈ। ਉਹ ਇਹ ਕਿ ਮੈਂ ਆਪਣਾ ਤੀਰ ਤੇ ਕਮਾਨ ਅਗਨ ਭੇਟ ਕਰਨਾ ਹੈ। ਪੁੱਛਿਆ ਗਿਆ ਕਿ ਅਜਿਹਾ ਕਿਉਂ ਕਰਨਾ ਹੈ? ਤਦ ਉਸਨੇ ਕਿਹਾ, ਮੈਂ ਹੁਣ ਕਦੀ ਤੀਰਅੰਦਾਜ਼ੀ ਦੇ ਮੁਕਾਬਲੇ ਵਿੱਚ ਹਿੱਸਾ ਨਹੀਂ ਲਵਾਂਗਾ। ਕਿਉਂ? ਕਿਉਂਕਿ ਸਭ ਤੋਂ ਵੱਡਾ ਮੁਕਾਬਲਾ ਤਾਂ ਮੈਂ ਜਿੱਤ ਚੁੱਕਾ। ਹੁਣ ਛੋਟਿਆਂ ਨੂੰ ਮੌਕਾ ਮਿਲੇ। ਮੈਂ ਕਿਹਾ, ਮਿੱਤਰੋ, ਜੇ ਇੰਦਰਾ ਗਾਂਧੀ ਨੇ ਦਰਬਾਰ ਸਾਹਿਬ ਦੀ ਬੇਅਦਬੀ ਕੀਤੀ ਸੀ ਤਾਂ ਉਸਨੂੰ ਇਸ ਦੀ ਕੀਮਤ ਤਾਰਨੀ ਪਈ। ਇਹ ਬੇਅੰਤ ਸਿੰਘ ਜਾਂ ਸਤਵੰਤ ਸਿੰਘ ਦੀ ਗੋਲੀ ਨਾਲ ਹੋਇਆ ਕਤਲ ਨਹੀਂ, ਗੁਰੂ ਗੋਬਿੰਦ ਸਿੰਘ ਜੀ ਦਾ ਅਨੰਤ ਆਕਾਸ਼ ਵੱਲੋਂ ਧਰਤੀ ਵੱਲੋਂ ਸੋਧਿਆ ਗਿਆ ਤੀਰ ਸੀ ਜਿਸ ਨਾਲ ਉਸ ਦਾ ਅੰਤ ਹੋਇਆ। ਕਦੀ ਪਹਿਲੇ 500 ਸਾਲ ਦੇ ਇਤਿਹਾਸ ਵਿੱਚ ਅਜਿਹਾ ਹੋਇਆ ਕਿ ਦਿੱਲੀ ਦੇ ਬਾਦਸ਼ਾਹ ਨੂੰ ਸਿੱਖਾਂ ਦੇ ਹੱਥੋਂ ਇਹੋ ਜਿਹੀ ਸਜ਼ਾ ਮਿਲੀ ਹੋਵੇ। ਹੁਣ ਇੰਨੀ ਵੱਡੀ ਵਾਰਦਾਤ ਪਿੱਛੋਂ ਨਿੱਕੇ ਮੋਟੇ ਅਫਸਰ ਜਾਂ ਭਈਏ ਕਿਉਂ ਨਹੀਂ ਮਾਰਦੇ ਫਿਰਦੇ ਹੋ? ਇਸ ਨਾਲ ਤੁਹਾਡੀ ਕੀ ਸ਼ਾਨ ਬਣੇਗੀ? ਹੁਣ ਆਪਾਂ ਸਭ ਸ਼ਾਂਤ ਰਹੀਏ ਅਤੇ ਸੰਸਾਰ ਅੱਗੇ ਫਰਿਆਦ ਕਰੀਏ ਕਿ ਸਾਨੂੰ ਬਚਾਓ। ਹਿੰਦੁਸਤਾਨ ਸਾਡਾ ਨਾਮ ਨਿਸ਼ਾਨ ਮਿਟਾਉਣਾ ਚਾਹੁੰਦਾ ਹੈ। ਅਸੀਂ ਜਿਉਂਦੇ ਰਹਿਣ ਦੇ ਇੱਛੁਕ ਹਾਂ। ਹੇ ਵਿਸ਼ਵ ਭਰ ਦੇ ਰਾਸ਼ਟਰ, ਇੱਕ ਨਿੱਕੀ ਜਿਹੀ ਅਲਪਸੰਖਿਅਕ ਕੌਮ ਨੂੰ ਖਤਮ ਹੋਣ ਤੋਂ ਬਚਾਓ। ਹੁਣ ਇੱਕ ਵੀ ਗੋਲੀ ਨਹੀਂ ਚੱਲਣੀ ਚਾਹੀਦੀ। ਕਿਸੇ ਨੇ ਮੇਰੀਆਂ ਗੱਲਾਂ ਵੱਲ ਧਿਆਨ ਨਹੀਂ ਦਿੱਤਾ। ਮੈਨੂੰ ਇਸ ਗੱਲ ਦਾ ਕੋਈ ਦੁੱਖ ਨਹੀਂ ਸੀ ਕਿ ਮੇਰੀਆਂ ਸਲਾਹਾਂ ਕਿਉਂ ਰੱਦ ਹੋ ਗਈਆਂ। ਮੈਂ ਕੋਈ ਵਲੀ ਥੋੜ੍ਹਾ ਸੀ ਮੈਨੂੰ ਮੰਨਿਆ ਜਾਵੇ, ਪਰ ਪੰਜਾਬ ਦੀ ਰੋਸ਼ਨ ਦਿਮਾਗ ਅਤੇ ਸਿਦਕਵਾਨ ਜਵਾਨੀ ਜਿਵੇਂ ਗੋਲੀਆਂ ਨਾਲ ਭੁੰਨ ਦਿੱਤੀ ਜਾਵੇ, ਉਸ ਦਾ ਦੁੱਖ ਵਰਣਨ ਤੋਂ ਪਾਰ ਦਾ ਹੈ। ਜੋ ਕਦੀ ਵੀ ਵਾਪਸ ਨਹੀਂ ਪਰਤਣਗੇ। ਉਹ ਬਹੁਤ ਕੀਮਤੀ ਸਨ। ਬਚਿਆ ਹੋਇਆ ਵਿੱਚ ਕੋਈ ਮੋਤੀ ਛੁਪਿਆ ਹੋਵੇਗਾ ਸ਼ਾਇਦ। ਜੇਲ੍ਹ ਵਿੱਚ ਬੈਠਿਆਂ ਅਖਬਾਰ ਵਿੱਚ ਖਬਰ ਪੜ੍ਹੀ ਕਿ ਅਕਾਲੀ ਨੇਤਾ ਰਿਹਾ ਕਰ ਦਿੱਤੇ। ਸੰਤ ਹਰਚੰਦ ਸਿੰਘ ਨੇ ਪਹਿਲੀ ਪ੍ਰੈਸ ਕਾਨਫਰੰਸ ਰਿਹਾਈ ਪਿੱਛੋਂ ਦਿੱਲੀ ਵਿੱਚ ਬੁਲਾਈ, ਜਿਸ ਵਿੱਚ ਸੰਤ ਜਰਨੈਲ ਸਿੰਘ ਨੂੰ ਸਿੱਖੀ ਪਰੰਪਰਾਵਾਂ ਦਾ ਪਹਿਰੇਦਾਰ ਅਤੇ ਅਮਰ ਸ਼ਹੀਦ ਕਿਹਾ ਗਿਆ ਕਿ ਅਸੀਂ ਉਸਦੇ ਆਦਰਸ਼ਾਂ ਦੇ ਅਨੁਯਾਈ ਹਾਂ। ਮੈਂ ਸਰਦਾਰ ਇੰਦਰਜੀਤ ਸਿੰਘ ਸੇਖੋਂ ਨੂੰ ਕਿਹਾ ਕਿ ਸੇਖੋਂ ਸਾਹਿਬ, ਇਹ ਤਾਂ ਅਜੀਬ ਡਿਵੈਲਪਮੈਂਟ ਹੈ। ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਸੰਤ ਜਰਨੈਲ ਸਿੰਘ ਦੀ ਉਪਮਾ ਕਰਨ ਲੱਗ ਪਿਆ। ਸੇਖੋਂ ਨੂੰ ਕਿਹਾ, ਖਬਰਾਂ ਪੜ੍ਹ ਲਿਆ ਕਰ, ਅਖਬਾਰ ਸੁੱਟ ਦਿਆ ਕਰ। ਬੰਬਈ ਵਿੱਚ ਕੁਝ ਟੋਲੇ ਅਜਿਹੇ ਹਨ ਪ੍ਰੋਫੈਸਰ ਸਾਹਿਬ ਜਿਹੜੇ 150 ਰੁਪਏ ਹਸਪਤਾਲ ਵਾਲਿਆਂ ਨੂੰ ਦੇ ਕੇ ਲਵਾਰਸ ਲਾਸ਼ ਖਰੀਦ ਲੈਂਦੇ ਆ ਅਤੇ ਉਸ ਨੂੰ ਚੁਰਾਹੇ ਵਿੱਚ ਲਿਟਾ ਕੇ ਰੋਣ ਪਿੱਟਣ ਲੱਗਦੇ ਕਿ ਸਾਡਾ ਕਮਾਊ ਮੈਂਬਰ ਮਰ ਗਿਆ, ਪਰ ਦਫਨਾਉਣ ਨੂੰ ਪੈਸੇ ਵੀ ਨਹੀਂ ਹੁੰਦੇ। ਦਰਿਆ ਦਿਲ ਦਾਨੀ ਲੋਕ ਬਥੇਰੇ ਤੁਰੇ ਫਿਰਦੇ ਆ ਦਾਨ ਦੇਣ ਨੂੰ। ਸ਼ਾਮ ਤੱਕ 5-4 ਹਜ਼ਾਰ ਤੱਕ ਪੈਸੇ ਬਣ ਜਾਂਦੇ ਉਸ ਦਿਨ। ਫਿਰ ਉਹ ਲਾਸ਼ ਚੁੱਕਦੇ ਅਤੇ ਸ਼ਮਸ਼ਾਨ ਘਾਟ ਸੁੱਟ ਆਉਂਦੇ। ਘਾਟ ਵਾਲੇ ਸੰਸਕਾਰ ਕਰਨਗੇ ਹੀ ਕਰਨਗੇ। ਹੁਣ ਨਹੀਂ, ਅੱਗੇ ਨੂੰ ਵੀ ਇਸੇ ਤਰ੍ਹਾਂ ਹੀ ਹੋਇਆ ਕਰੇਗਾ। ਜਦੋਂ ਸਿੱਖਾਂ ਦੀਆਂ ਵੋਟਾਂ ਦੀ ਲੋੜ ਪਿਆ ਕਰੇਗੀ, ਅਕਾਲੀ ਜਥੇਦਾਰ ਲਵਾਰਸ ਲਾਸ਼ਾਂ ਨੂੰ ਚੁੱਕ ਕੇ ਚੁਰਾਹੇ ਵਿੱਚੋਂ ਰੱਖ ਕੇ ਭੀਖ ਮੰਗਿਆ ਕਰਨਗੇ। ਸਿੱਖ ਉਧਾਰ ਜਿੱਤ ਹਨ। ਢਾਡੀ ਸਾਹਿਬਜ਼ਾਦਿਆਂ ਦੀ ਵਾਰ ਗਾ ਕੇ ਜੇਬਾਂ ਨਹੀਂ ਭਰ ਲਿਜਾਂਦੇ ਪੈਸਿਆਂ ਨਾਲ। ਜਥੇਦਾਰ ਸੰਤ ਜਰਨੈਲ ਸਿੰਘ ਦਾ ਨਾਂ ਲਿਆ ਕਰਨਗੇ ਜਦੋਂ ਕਦੋਂ ਵੋਟਾਂ ਦੀ ਲੋੜ ਪਿਆ ਕਰੂਗੀ। ਹੁਣ ਇਹਨਾਂ ਦੀ ਪੰਜਾਬ ਵਿੱਚ ਅਸੈਂਬਲੀ ਬਣ ਜਾਣੀ ਹੈ। ਮੈਂ ਪੁੱਛਿਆ, ਤੁਸੀਂ ਲਵਾਰਸ ਕਿਉਂ ਕਿਹਾ ਸੰਤਾਂ ਨੂੰ? ਜਵਾਬ ਮਿਲਿਆ, ਬਾਬਾ ਜੋਗਿੰਦਰ ਸਿੰਘ ਪਿਤਾ, ਸਾਰੇ ਭਰਾ ਅਤੇ ਦਮਦਮੀ ਟਕਸਾਲ ਉਸ ਨੂੰ ਸ਼ਹੀਦ ਮੰਨਣ ਤੋਂ ਮੁਨਕਰ ਹੈ। ਤੁਹਾਨੂੰ ਪਤਾ ਹੈ, ਜਿਹੜੇ ਸੰਤਾਂ ਨੂੰ ਸ਼ਹੀਦ ਆਖਦੇ ਉਹਨਾਂ ਨੂੰ ਜਾਨੋਂ ਮਾਰਨ ਦੀਆਂ ਧਮਕੀ ਆ ਜਾਇਆ ਕਰਦੀ ਹੈ। ਇਹਨਾਂ ਸਾਰਿਆਂ ਦੀ ਜ਼ਬਾਨ 'ਤੇ ਸ਼ਬਦ ਹਨ, ਸੰਤ ਚੜ੍ਹਦੀ ਕਲਾ ਵਿੱਚ ਹਨ। ਇਹ ਸਾਰੇ ਵਰਤਾਰੇ ਨੂੰ ਸ਼ਰੀਹੀ ਦੇਖਦਿਆਂ ਹੋਇਆਂ ਪੰਥ ਖਾਲਸਾ ਖਾਮੋਸ਼ ਹੈ। ਫਿਰ ਕੀ ਕਹਾਂ ਹੋਰ ਮੈਂ ਸੰਤ ਨੂੰ? ਰਿਹਾ ਹੋਣ ਸਾਰ ਮੈਂ ਬਾਪੂ ਜੋਗਿੰਦਰ ਸਿੰਘ ਪਾਸ ਜਾ ਕੇ ਉਹਨਾਂ ਨੂੰ ਵੀ ਸਮਝਾਵਾਂਗਾ। ਲੋਕਾਂ ਨੇ ਸੰਤ ਜਰਨੈਲ ਸਿੰਘ ਦੇ ਪਿਤਾ ਅਤੇ ਭਰਾਵਾਂ ਨੂੰ ਸ਼ਹੀਦਾਂ ਦਾ ਪਰਿਵਾਰ ਆਖ ਕੇ ਸਿਰ 'ਤੇ ਬਿਠਾਉਣ ਦਾ ਯਤਨ ਕੀਤਾ। ਮੈਂ ਮੁੱਢੋਂ ਸ਼ਹੀਦਾਂ ਦਾ ਪਰਿਵਾਰ ਟਰਮ ਨੂੰ ਪ੍ਰਵਾਨ ਨਹੀਂ ਕਰਦਾ। ਸ਼ਹੀਦ ਉਸ ਬੰਦੇ ਨੂੰ ਆਖਿਆ ਜਾਂਦਾ ਜਿਹੜਾ ਆਪਣੇ ਨਿੱਜੀ ਪਰਿਵਾਰ ਦੀਆਂ ਬੰਦਿਸ਼ਾਂ, ਮੋਹ ਪਿਆਰ ਤੋਂ ਉੱਪਰ ਉੱਠ ਕੇ ਸੰਸਾਰ ਨੂੰ
ਆਪਣਾ ਪਰਿਵਾਰ ਜਾਣਦਾ ਹੈ। ਧੀਰਮਲ ਰਾਮ ਰਾਏ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਕਾਰਨ ਕੀ ਸ਼ਹੀਦਾਂ ਦਾ ਪਰਿਵਾਰ ਬਣ ਗਿਆ? ਮੈਂ ਸ਼ਹੀਦ ਨਹੀਂ ਹੋਇਆ ਸੀ, ਕੇਵਲ ਜੇਲ੍ਹ ਵਿੱਚ ਨਜ਼ਰਬੰਦ ਹੋਇਆ ਸਾਂ। ਇਸ ਸਥਿਤੀ ਦਾ ਲਾਭ ਉਠਾ ਕੇ ਮੇਰੇ ਚਾਚਾ ਜਾਨ ਮੇਰੀ ਜ਼ਮੀਨ ਉੱਪਰ ਹੱਲ ਫੇਰ ਲਿਆ ਸੀ। ਜੇ ਫੌਜ ਮੈਨੂੰ ਮਾਰ ਦਿੰਦੀ ਤਾਂ ਮੇਰਾ ਚਾਚਾ ਸ਼ਹੀਦਾਂ ਦਾ ਪਰਿਵਾਰ ਹੋਣ ਕਾਰਨ ਸਨਮਾਨਿਤ ਹੁੰਦਾ। ਵਾਸਤਵ ਵਿੱਚ ਅਕਾਲੀਆਂ ਦੇ ਵੋਟ ਬੈਂਕ ਪੱਕੇ ਕਰਨ ਹਿੱਤ ਕੁਝ ਕੁ ਸ਼ਹੀਦਾਂ ਦੇ ਪਰਿਵਾਰਾਂ ਨੂੰ ਟਿਕਟਾਂ ਦੇ ਕੇ ਨਿਵਾਜਣਾ ਸੀ। ਇਹ ਇੱਕ ਸਿਆਸੀ ਹੱਥਕੰਡੇ ਤੋਂ ਵੱਧ ਕੇ ਕੁਝ ਵੀ ਨਹੀਂ ਸੀ। ਸ਼ੇਖੋ ਨੂੰ ਮੈਂ ਟੈਗੋਰ ਦੀ ਕਵਿਤਾ ਦਾ ਇੱਕ ਬੰਦ ਭੇਜਦਿਆਂ ਲਿਖਿਆ ਸੀ, ਸ਼ਹੀਦਾਂ ਦਾ ਪਰਿਵਾਰ ਕਿਹੋ ਜਿਹਾ ਹੁੰਦਾ ਹੈ। ਸੁਆਹ ਧਰਤੀ ਉੱਪਰ ਡਿੱਗਣ ਉਪਰੰਤ ਤੇ ਧੂੰਆਂ ਆਕਾਸ਼ ਵਿੱਚ ਉੱਚਾ ਚੜ੍ਹ ਕੇ ਸ਼ੇਖੀ ਮਾਰਦੇ ਹਨ, ਅਸੀਂ ਵੀ ਅੱਗ ਦੇ ਭੈਣ ਭਰਾ ਹਾਂ। ਰਿਹਾਈ ਉਪਰੰਤ ਮੈਨੂੰ ਨਾਗਸੇਨ ਨੇ ਦੱਸਿਆ ਲਾਲ ਸਿੰਘ ਦਰਬਾਰ ਸਾਹਿਬ ਤੋਂ ਇਨਕਾਰੀ ਹੋ ਕੇ ਬੈਠਾ। ਸੰਤ ਜਰਨੈਲ ਸਿੰਘ ਵੇਲੇ ਉਹ ਆਮ ਜਾਂਦਾ ਰਹਿੰਦਾ ਸੀ। ਉਸ ਨੂੰ ਕਾਰਨ ਪੁੱਛਿਆ ਤਾਂ ਟਾਲ ਮਟੋਲ ਕਰਦਾ ਰਿਹਾ। ਇੱਕ ਦਿਨ ਉਸਨੇ ਕਰਤਾਰ ਸਿੰਘ ਬਲੱਗਣ ਦੀ ਪੁਰਾਣੀ ਗਜ਼ਲ ਦਾ ਸ਼ੇਅਰ ਸੁਣਾਇਆ। ਹੀਰ ਨਾਲ ਸੀ ਬਸ ਉਹਦਿਆਂ ਮਹਿਲਾਂ ਦੀ ਰੌਣਕ ਸੀ, ਭਲਾ ਚੂਚਕ ਦੇ ਹੁਣ ਖਾਲੀ ਚੁਬਾਰੇ ਕੌਣ ਵਹਿੰਦਾ ਏ। ਉਹ ਹੁਣ ਸਮਝ ਆਈ ਕਹਾਣੀ। ਤਦ ਉਸ ਨੂੰ ਸਮਝਾਇਆ ਸੀ ਕਿ ਚੂਚਕ ਦੀ ਹਵੇਲੀ ਵਿੱਚੋਂ ਹੀਰ ਕਿਧਰੇ ਨਹੀਂ ਜਾਇਆ ਕਰਦੀ। ਕੇਵਲ ਲਾਲ ਸਿੰਘ ਨਹੀਂ, ਇਸ ਹੱਲੇ ਵਿੱਚ ਕਈ ਸਿੱਖ ਗੁਰੂ ਮਹਾਰਾਜ ਨਾਲ ਰੁੱਸੇ ਦੇਖੇ ਗਏ। ਲਾਲ ਸਿੰਘ ਨੇ ਪੁੱਛਿਆ, ਜੇ ਰੱਬ ਨੂੰ ਭੁਲਾਉਣਾ ਹੋਵੇ ਤਾਂ ਕੀ ਤਰੀਕਾ ਹੈ? ਮੈਂ ਕਿਹਾ, ਉਸ ਨੂੰ ਭੁਲਾਉਣਾ ਹੋਵੇ ਤਾਂ ਉਸ ਨੂੰ ਜਾ ਕੇ ਮਿਲ ਲੈਣਾ ਚਾਹੀਦਾ। ਤੂੰ ਦਰਬਾਰ ਸਾਹਿਬ ਜਾ। 1982-83 ਦੇ 2 ਸਾਲ ਸੰਤ ਜਿੱਥੇ ਜਾਂਦੇ ਭੀੜਾਂ ਜੁੜ ਜਾਂਦੀਆਂ। ਜਵਾਨਾਂ ਨੇ ਲੱਖਾਂ ਦੀ ਗਿਣਤੀ ਵਿੱਚ ਅੰਮ੍ਰਿਤਪਾਨ ਕੀਤਾ। ਸਾਬਤ ਸੂਰਤ ਰਹਿਣਾ, ਸੋਹਣੀਆਂ ਦਸਤਾਰਾਂ ਸਜਾਉਣਾ ਇੱਕ ਫੈਸ਼ਨ ਬਣ ਗਿਆ। ਸਿੱਖਾਂ ਨਾਲ ਹੋਈਆਂ ਬੇਇਨਸਾਫੀਆਂ ਸੰਤ ਲੰਮਾ ਸਮਾਂ ਜ਼ਿਕਰ ਕਰਦੇ। ਚੰਡੀਗੜ੍ਹ ਮੈਂ ਉਹਨਾਂ ਨੂੰ 2 ਘੰਟੇ ਭਾਸ਼ਣ ਸੁਣਿਆ। ਆਪਣੇ ਭਾਸ਼ਣ ਵਿੱਚ ਇੱਕ ਪੰਕਤੀ ਅਕਸਰ ਗਾਇਆ ਕਰਦੇ ਸੀ ਤੇ ਕਹਿ ਵੀ ਦਿੰਦੇ ਸੀ, ਸਾਧ ਸੰਗਤ ਜੀ, ਇਹ ਹੈ ਕੱਚੀ ਬਾਣੀ, ਇਸ ਲਈ ਮਾफ़ੀ ਮੰਗ ਲੈਂਦਾ, ਪਰ ਆਓ ਰਲ ਮਿਲ ਕੇ ਗਾਈਏ। ਸਾਡਾ ਤਾਂ ਨਿਮਾਣਿਆਂ ਦਾ ਤੂੰ ਹੀ ਹੈ, ਹੋਰ ਕੋਈ ਆਸਰਾ ਨਹੀਂ, ਹੋਰ ਕੋਈ ਆਸਰਾ ਨਹੀਂ ਜੀ, ਹੋਰ ਕੋਈ ਆਸਰਾ ਨਹੀਂ। ਉਹਦੇ ਬੋਲਾਂ ਦੀ ਵੇਦਨਾ, ਉਹਦੇ ਸ਼ਬਦਾਂ ਵਿਚਲਾ ਸਿੱਖੀ ਵਾਸਤੇ ਡੂੰਘਾ ਪਿਆਰ, ਦੁੱਖ ਦੇਖ ਕੇ ਇੱਕ ਅੱਧ ਵਾਰ ਮੈਂ ਆਪਣੇ ਸੰਗੀ ਸਾਥੀਆਂ ਨੂੰ ਵੀ ਕਹਿ ਦਿੱਤਾ ਸੀ, ਕਿਤੇ ਮਰ ਨਾ ਜਾਏ, ਮਰ ਤਾਂ ਨਹੀਂ ਜਾਏਗਾ ਇਹ ਸਾਧ ਕਿਧਰੇ। ਮੇਰੇ ਸਾਥੀ ਆਖਦੇ, ਪੁੱਠੀਆਂ ਗੱਲਾਂ ਨਾ ਕਰਿਆ ਕਰ, ਇਸ ਦੀ ਲੰਮੀ ਉਮਰ ਕਰਨ ਦੀ ਗੱਲ ਕਰ, ਇਹੋ ਜਿਹੇ ਯੋਧੇ ਬਾਜ਼ਾਰਾਂ ਵਿੱਚ ਨਹੀਂ ਵਿਕਦੇ। ਮੈਂ ਬਾਬਾ ਬੰਦਾ ਸਿੰਘ ਬਹਾਦਰ ਦਾ ਜੀਵਨ ਬਰਤਾਂਤ ਇੱਕ ਵਾਰੀ ਨਹੀਂ ਅਨੇਕ ਵਾਰੀ ਪੜ੍ਹਿਆ, ਜਿਨ੍ਹਾਂ ਨੇ ਦੋਹਾਂ ਵਿੱਚ ਬਾਦਸ਼ਾਹਤ ਤੇ ਫਕੀਰੀ ਦਰਿਆ, ਦਿੱਲੀ ਸਿੱਦਕ, ਜੀਵਨ ਮੌਤ ਵੱਲ ਇੱਕੋ ਜਿਹੀ ਨਜ਼ਰ ਐਨ ਸਾਫ਼ ਦਿਸੇਗੀ। ਪਿਆਰਿਆਂ ਨੂੰ ਪਿਆਰ ਕਰਨ ਵਿੱਚ ਤੇ ਦੁਸ਼ਮਣ ਵਿਰੁੱਧ ਲੜਨ ਵਕਤ ਕਦੀ ਗਿਣਤੀਆਂ ਮਿਣਤੀਆਂ ਨਹੀਂ ਪਏ। ਦੁਸ਼ਮਣ ਲੱਖਾਂ ਦੀ ਗਿਣਤੀ ਵਿੱਚ ਹੁੰਦਾ, ਭਾਵੇਂ ਬੇਝਿਜਕ ਬੇਖੌਫ ਹੋ ਕੇ ਲੜਿਆ ਸੀ ਬਾਬਾ ਬੰਦਾ ਸਿੰਘ ਬਹਾਦਰ। ਤੱਤ ਖਾਲਸਾ ਦੇ ਸਿੰਘ ਕਹਿਣ ਲੱਗੇ, ਅਸੀਂ ਮੁਗਲਾਂ ਦੇ ਵਿਰੁੱਧ ਹੋਰ ਨਹੀਂ ਲੜਨਾ। ਹੁਣ ਬਾਬੇ ਨੇ ਕੋਈ ਗੁੱਸਾ ਨਹੀਂ ਕੀਤਾ ਤੇ ਜਾਣ ਲਈ ਕਹਿ ਦਿੱਤਾ। ਜਦੋਂ ਫੌਜ ਨੇ ਗੋਲਾਬਾਰੀ ਤੋਂ ਪਹਿਲੋਂ ਐਲਾਨ ਕੀਤਾ ਤਾਂ ਜਿਨ੍ਹਾਂ ਨੇ ਆਤਮ ਸਮਰਪਣ ਕਰਨਾ ਸੀ, ਹੱਥ ਖੜੇ ਕਰਕੇ ਬਾਹਰ ਆ ਜਾਣ। ਤਦ ਸੰਤ ਜਰਨੈਲ ਸਿੰਘ ਨੇ ਸਭ ਮਾਈ ਭਾਈ ਇਕੱਠੇ ਕਰ ਲਏ ਤੇ ਕਿਹਾ, ਜਿਹੜੇ ਚਲੇ ਜਾਣਗੇ ਉਹ ਪੰਥ ਦੀ ਸੇਵਾ ਕਰਨਗੇ। ਕੋਈ ਰੋਸ ਨਹੀਂ, ਕਿਸੇ ਪ੍ਰਤੀ ਝਿਜਕਣਾ ਨਹੀਂ। ਖਾਲਸਾ ਜੀ, ਜਿਨ੍ਹਾਂ ਨੇ ਜਾਣਾ ਉਹ ਚਲੇ ਜਾਣ, ਅਸੀਂ ਇੱਥੇ ਰਵਾਂਗੇ। ਤੁਸੀਂ ਜਾ ਕੇ ਸਾਡੇ ਵਾਸਤੇ ਅਰਦਾਸਾਂ ਗੁਰੂ ਮਹਾਰਾਜ ਅੱਗੇ ਜ਼ਰੂਰ ਕਰਦੇ ਰਹਿਣਾ, ਵਾਹਿਗੁਰੂ ਭਲੀ ਕਰੇਗਾ। ਕਾਫੀ ਸਾਰੇ ਸਿੱਖ ਆਤਮ ਸਮਰਪਣ ਕਰ ਗਏ। ਜਰਨੈਲ ਸੁਬੇਗ ਸਿੰਘ ਦੇ ਭਾਈ ਅਮਰੀਕ ਸਿੰਘ ਸਮੇਤ ਸੈਂਕੜੇ ਸਿੱਖ ਸ਼ਹਾਦਤ ਲਈ ਰੁਕ ਗਏ। ਜਦੋਂ ਬੰਦਾ ਸਿੰਘ ਬਹਾਦਰ ਨੇ ਸਰਹੰਦ ਫਤਿਹ ਕੀਤਾ ਸੀ, ਸਿੱਖ ਸੈਨਾ ਸੋਨਾ ਚਾਂਦੀ ਹੀਰੇ ਲੁੱਟਣ ਲੱਗੀ। ਤਦ ਬਾਬਾ ਜੀ ਨੇ ਭਾਈ ਆਲੀ ਸਿੰਘ ਨੂੰ ਕਿਹਾ ਸੀ, ਇਹਨਾਂ ਨੂੰ ਕਰਨ ਦਿਓ ਜੋ ਕਰਦੇ। ਭਾਈ ਸਾਹਿਬ, ਤੁਸੀਂ ਮੈਨੂੰ ਉਹਨਾਂ ਦੇ ਇੱਟਾਂ ਦੇ ਦਰਸ਼ਨ ਦੀਦਾਰ ਕਰਵਾਓ ਜਿਨ੍ਹਾਂ ਨੂੰ ਸਾਹਿਬਜ਼ਾਦਿਆਂ ਦੇ ਅੰਗਾਂ ਦੀ ਛੋਹ ਨਸੀਬ ਹੋਈ ਸੀ। ਭਾਈ ਆਲੀ ਸਿੰਘ ਇੱਟਾਂ ਦੇ ਢੇਰ ਪਾਸ ਗਏ ਤਾਂ ਗੋਡਿਆਂ ਭਾਰ ਹੋ ਕੇ ਬਾਬਾ ਜੀ ਨੇ ਇਹਨਾਂ ਇੱਟਾਂ ਨੂੰ ਹੰਝੂਆਂ ਨਾਲ ਇਸ਼ਨਾਨ ਕਰਾਇਆ। ਸਿੱਖ ਪਰੰਪਰਾ ਨੂੰ ਸੰਤ ਜਰਨੈਲ ਸਿੰਘ ਵੀ ਇਵੇਂ ਪਿਆਰ ਕਰਦਾ ਸੀ। ਮਾਤਾ ਸੁੰਦਰੀ ਜੀ ਅਤੇ ਤੱਤ ਖਾਲਸਾ ਜੇ ਬਾਬਾ ਬੰਦਾ ਸਿੰਘ ਦਾ ਸਾਥ ਦਿੰਦੇ ਰਹਿੰਦੇ ਤਦ ਉਸ ਨੂੰ ਕੋਈ ਵੀ ਗ੍ਰਿਫਤਾਰ ਨਹੀਂ ਕਰ ਸਕਦਾ ਸੀ। ਉਹ ਯੁੱਧ ਵਿੱਚ ਨਹੀਂ ਹਾਰਿਆ ਸੀ, ਫਰਖਸ਼ੀਰ ਨੇ ਸਿਆਸਤ ਰਾਹੀਂ ਉਸ ਨੂੰ ਹਰਾਇਆ ਸੀ। ਅਕਾਲੀਆਂ ਨੇ ਸਿਆਸਤ ਨੂੰ ਹਮੇਸ਼ਾ ਪਹਿਲ ਦਿੱਤੀ ਹੈ। ਸਿਆਸਤ ਸੰਤ ਨੂੰ ਆਉਂਦੀ ਨਹੀਂ ਸੀ। ਉਹ ਆਪ ਹੀ ਕਿਹਾ ਕਰਦੇ ਸੀ ਕਿ ਮੈਨੂੰ ਧਰਮ ਦਾ ਥੋੜ੍ਹਾ ਜਿਹਾ ਪਤਾ ਲੱਗਿਆ, ਸਿਆਸਤ ਦਾ ਤਾਂ ਬਿਲਕੁਲ ਪਤਾ ਨਹੀਂ। ਕਿਸੇ ਸਰੋਤੇ ਨੇ ਪੁੱਛਿਆ, ਪਰ ਨਾਲੇ ਤੁਸੀਂ ਕਹਿੰਦੇ ਹੋ ਸਿਆਸਤ ਤੇ ਧਰਮ ਇਕੱਠੇ ਹਨ ਪੰਥ ਵਿੱਚ। ਤਾਂ ਸੰਤ ਜੀ ਨੇ ਕਿਹਾ, ਹੁਣ ਕਿਹੜਾ ਇਹ ਕਹਿ ਰਿਹਾ ਕਿ ਵੱਖ-ਵੱਖ ਹਨ? ਮੈਂ ਤਾਂ ਇਹ ਕਿਹਾ ਕਿ ਇਹ ਦੋਵੇਂ ਇਕੱਠੇ ਹਨ, ਪਰ ਮੈਨੂੰ ਸਿਆਸਤ ਨਹੀਂ ਆਉਂਦੀ, ਆਉਣੀ ਚਾਹੀਦੀ ਹੈ। ਕੀ ਕਰਾਂ, ਨਹੀਂ ਆਈ। ਮੈਂ ਤਾਂ ਆਪਣੀ ਉਣਤਾਈ ਦਾ ਜ਼ਿਕਰ ਕੀਤਾ ਤੁਹਾਡੇ ਅੱਗੇ। ਸੱਚ ਬੋਲਣ ਵਿੱਚ ਕੋਈ ਪਾਪ ਤਾਂ ਨਹੀਂ ਹੈ। ਜੇ ਅਕਾਲੀਆਂ ਵਿੱਚ ਥੋੜ੍ਹਾ ਕੁ ਧਰਮ ਹੁੰਦਾ ਤਾਂ ਇਹ ਸਾਧ ਨੂੰ ਮਾਰਨ ਵਾਲਾ ਕੋਈ ਨਹੀਂ ਸੀ ਜੰਮਿਆ। ਜੇ ਸੰਤ ਜਰਨੈਲ ਸਿੰਘ ਵਿੱਚ ਕੁਝ ਸਿਆਸਤ ਹੁੰਦੀ ਤਾਂ ਉਹਨੇ ਬਚ ਜਾਣਾ ਸੀ। ਫਾਂਸੀ ਦਾ ਰੱਸਾ ਦੇਖ ਕੇ ਮਨਸੂਰ ਨੇ ਕਿਹਾ, ਖੁਦਾਵੰਦ ਕਰੀਮ ਮਿਹਰਬਾਨ ਹੋ ਕੇ ਜੋ ਕੁਝ ਤੂੰ ਮੈਨੂੰ ਦਿੱਤਾ ਹੈ, ਜੇ ਇਹਨਾਂ ਲੋਕਾਂ ਨੂੰ ਵੀ ਦਿੱਤਾ ਹੁੰਦਾ ਤਾਂ ਮੇਰੇ ਨਾਲ ਜੋ ਹੋਣ ਲੱਗਾ ਉਹ ਨਾ ਹੁੰਦਾ। ਅਤੇ ਜਿਸ ਵਸਤੂ ਤੋਂ ਇਹਨਾਂ ਨੂੰ ਵੰਚਿਤ ਰੱਖਿਆ ਹੈ, ਜੇ ਸਾਨੂੰ ਵੰਚਿਤ ਰੱਖਦਾ ਤਾਂ ਇਹ ਕੁਝ ਨਹੀਂ ਹੋਣਾ ਸੀ। ਪਰ ਜੋ ਤੂੰ ਦੇਵੇ ਸੋਈ ਭਲਾ, ਜਿੱਥੇ ਤੂੰ ਰੱਖੇ ਸੋਈ ਭਲਾ। ਅਮੀਨ। ਜਦੋਂ ਮੈਨੂੰ ਕੋਈ ਪੁੱਛਦਾ, ਸੰਤ ਬਚ ਕੇ ਨਿਕਲ ਗਿਆ ਜਿਵੇਂ ਸੁਣੀਦਾ, ਮੈਂ ਅਕਸਰ ਉੱਤਰ ਨਾ ਦਿੰਦਾ। ਫਜ਼ੂਲ ਸ਼ਬਦ ਭੇਡ ਤੋਂ ਬਚਣਾ ਹੀ ਚੰਗਾ। ਉਸਦਾ ਮਨ ਤੇ ਉਸਦਾ ਸਰੀਰ ਇੱਕ ਮਿੱਕ ਸਨ।
ਉਸਦੀ ਨਸਲ ਬਚਣ ਵਾਲਿਆਂ ਵਰਗੀ ਹੈ ਨਹੀਂ ਸੀ। ਭਾਈ ਨੰਦ ਲਾਲ ਜੀ ਦਾ ਸ਼ੇਰ ਸੀਗੇ, ਮਨਸੂਰ ਦਾ ਨਾਮ ਲੈਣਾ ਹੈ ਤਾਂ ਰੱਸਾ ਆਪਣੇ ਕੋਲ ਰੱਖੀ ਹਰ ਵਕਤ। ਕਿਤੇ ਜਲਾਦ ਟਾਲ ਮਟੋਲ ਕਰਨ ਲੱਗੇ, ਉਸ ਪਾਸ ਤਾਂ ਫਾਂਸੀ ਲਾਉਣ ਲਈ ਰੱਸਾ ਨਹੀਂ ਹੈ, ਤੂੰ ਰੱਸਾ ਹਰ ਵਕਤ ਆਪਣੇ ਕੋਲ ਰੱਖੀ। ਇੱਕ ਦਿਨ ਮੈਂ ਨਾਗ ਸਿੰਘ ਨੂੰ ਪੁੱਛਿਆ, ਨਾਗ ਸਿੰਘ ਕੀ ਸਿੱਖ ਉਸ ਨੂੰ ਜਾਣ ਗਏ ਕਿ ਉਹ ਕੀ ਕਹਿ ਕੇ ਬੋਲ ਚਲਾ ਗਿਆ? ਨਾਗ ਸਿੰਘ ਨੇ ਕਿਹਾ, ਕੁਝ ਜਾਣਦੇ ਹਨ, ਵਧੀਕ ਨਹੀਂ ਜਾਣਦੇ। ਜਿਹੜੇ ਉਹਨੂੰ ਜਾਣਦੇ ਉਹ ਵੀ ਦਰਬਾਰ ਸਾਹਿਬ ਢਹਿ ਜਾਣ ਦੀ ਗੱਲ ਤਾਂ ਕਰਨਗੇ ਕਦੀ ਨਾ ਕਦੀ, ਇਹ ਸਾਧ ਦੀ ਗੱਲ ਨਹੀਂ ਕਰਨਗੇ, ਕਿਉਂਕਿ ਉਹ ਡਰੇ ਹੋਏ ਆ। ਸਿੱਖ ਲਗਾਤਾਰ ਇਹ ਆਖਦੇ ਕਿ ਬਹਾਦਰ ਹਨ। ਜਿਹੜਾ ਬਾਰ-ਬਾਰ ਬਹਾਦਰੀ ਦਾ ਦਾਅਵਾ ਕਰੇ ਉਹ ਕਿਸੇ ਤੋਂ ਡਰਿਆ ਹੁੰਦਾ ਹੈ। ਵਧੀਕ ਲੋਕ ਉਸ ਨੂੰ ਜਾਣਦੇ ਨਹੀਂ ਤੇ ਨਾ ਜਾਣਨਾ ਚਾਹੁੰਦੇ। ਪੁਰਾਤਨ ਯੂਨਾਨੀ ਫਿਲਾਸਫਰ ਕਹਿੰਦੇ ਸੀ, ਅੱਖ ਜੇ ਸੂਰਜ ਵਰਗੀ ਨਾ ਹੁੰਦੀ ਤਦ ਸੂਰਜ ਨੂੰ ਬਿਲਕੁਲ ਨਾ ਦੇਖ ਸਕਦੀ। ਸ਼ਾਇਰ ਸਤਨਾਮ ਸਿੰਘ ਖੁਮਾਰ ਨਾਲ ਘੰਟਿਆਂ ਬੱਧੀ ਗੱਲਾਂ ਹੁੰਦੀਆਂ ਨੇ। ਇੱਕ ਦਿਨ ਉਹ ਕਹਿਣ ਲੱਗੇ, ਜਿਸ ਕੌਮ ਨੇ ਬਹੁਤ ਦੁੱਖ ਦੇਖੇ ਹੋਣ, ਇਨਾਮ ਵਜੋਂ ਰੱਬ ਦਾ ਉਸਨੂੰ ਉੱਤਮ ਸਾਹਿਤ ਤੇ ਉੱਤਮ ਸੰਗੀਤ ਦੀ ਦਾਤ ਦਿੰਦਾ ਹੈ। ਸਿੱਖਾਂ ਨਾਲ ਇਸ ਪੱਖ ਤੋਂ ਰੱਬ ਨੇ ਨਿਆਂ ਨਹੀਂ ਕੀਤਾ। ਦੁੱਖ ਦਿੱਤੇ ਤੇ ਬਦਲੇ ਵਿੱਚ ਨਾ ਸਾਹਿਤ ਮਿਲਿਆ ਨਾ ਸੰਗੀਤ। ਮੈਂ ਪੁੱਛਿਆ, ਕੀ ਭਵਿੱਖ ਵਿੱਚ ਅਜਿਹਾ ਹੋਣ ਦੀ ਕੋਈ ਸੰਭਾਵਨਾ ਹੈ? ਉਸਨੇ ਕਿਹਾ, ਜਿੰਨੀ ਕਿਸੇ ਦੀ ਹੀਰ ਸੋਹਣੀ ਹੋਵੇਗੀ ਉਨੀ ਸੋਹਣੀ ਉਸਦੀ ਬੰਸਰੀ ਦੇ ਸੁਰ ਵੀ ਹੋਣਗੇ। ਕੀ ਕਦੀ ਕਿਸੇ ਨੇ ਇਸ ਗੱਲ 'ਤੇ ਬਹਿਸ ਕੀਤੀ ਕਿ ਰਾਂਝਾ ਸਾਧ ਸੀ ਜਾਂ ਦੁਨੀਆਦਾਰ? ਉਹ ਦੋਵੇਂ ਹੀ ਇਸੇ ਵਕਤ ਦੇ ਦੋਵੇਂ ਨਹੀਂ ਸਨ। ਹੀਰ ਤੇ ਰਾਂਝਾ ਧਰਤੀ ਤੋਂ ਬਹੁਤ ਦੂਰ ਤਾਂ ਸੂਖਮ ਸੁੰਦਰ ਸੁਪਨਾ ਹੈ। ਹੋ ਸਕਦਾ ਸਿੱਖ ਜਵਾਨੀ ਕਦੀ 20ਵੀਂ ਸਦੀ ਦੇ ਇਸ ਰਾਂਝੇ ਨੂੰ ਯਾਦ ਕਰੇ। ਰਹੀ ਗੱਲ ਭਵਿੱਖ ਦੀ, ਕੀ ਪਤਾ ਵੱਡੇ ਕਲਾਕਾਰ ਸਾਡੇ ਖਜ਼ਾਨੇ ਭਰ ਨਾ ਜਾਣ। ਮੋਮਨ ਦਾ ਸ਼ੇਰ, ਫਿਰ ਬਹਾਰ ਆਏਗੀ ਵਹੀ ਦਸਤਨ ਵਰਦੀ ਹੋਗੀ, ਫਿਰ ਵਹੀ ਪਾਵ ਵਹੀ ਖਾਰ ਮੁਗਲਾ ਹੋਂਗੇ। ਮੰਨ ਲਿਆ ਇਹ ਸਾਧ ਅਕਲਮੰਦ ਨਹੀਂ ਸੀ, ਇਸ ਨੂੰ ਸਿਆਸਤ ਨਹੀਂ ਆਉਂਦੀ ਸੀ, ਪਰ ਇੰਦਰਾ ਗਾਂਧੀ ਤਾਂ ਤੀਖਣ ਬੁੱਧੀ ਤੇਜ਼ਧਾਰ ਸਿਆਸਤਦਾਨ ਸੀ। ਭਾਰਤ ਦੀ ਗੱਲ ਛੱਡੋ, ਰੂਸ ਤੇ ਅਮਰੀਕਾ ਉਸਦੇ ਸਲਾਹਕਾਰ ਮੌਜੂਦ ਸਨ। ਫਿਰ ਉਸਨੇ ਮਾਮੂਲੀ ਸਾਧ ਨਾਲ ਖਾਮਖਾ ਰਫੜ ਕਿਉਂ ਛੇੜਿਆ, ਜਦ ਕਿ ਇਸ ਦੇ ਬਗੈਰ ਸਰ ਸਕਦਾ ਸੀ? ਨਾਗ ਸਿੰਘ ਨੇ ਕਿਹਾ, ਇੱਕ ਸ਼ੇਰ ਸੈਂਕੜੇ ਦਲੀਲਾਂ ਨਾਲੋਂ ਵਧੇਕ ਕੰਮ ਕਰਦਾ। ਘਾਹ ਪੱਤੀਆਂ ਫੁੱਲਾਂ ਦੇ ਸੇਕ ਵਾਂਗੂ ਖਾਕ ਬਣਾਂਗੇ ਸਾਡੀ ਤਕਦੀਰ ਸੋਈ। ਤੂੰ ਤਾਂ ਇਲਮ ਜ਼ਮਾਨੇ ਦਾ ਜਾਣਦਾ ਸੈਂ, ਤੇਰੀ ਅਕਲ ਦੀ ਕਿਵੇਂ ਅਖੀਰ ਹੋਈ। ਪਿੰਡ ਮੇਰੇ ਖੇਤਾਂ ਦੀ ਵੱਟ ਖਾਨਦਾਨੀ ਕਾਂਗਰਸੀ ਰੂਪ ਸਿੰਘ ਨਾਲ ਸਾਂਝੀ ਹੈ। ਬੰਬੀ 'ਤੇ ਬੈਠਿਆਂ 1986 ਵਿੱਚ ਮੈਂ ਉਸ ਨੂੰ ਪੁੱਛਿਆ, ਇੰਦਰਾ ਗਾਂਧੀ ਨੇ ਦਰਬਾਰ ਸਾਹਿਬ 'ਤੇ ਹੱਲਾ ਬੋਲ ਕੇ ਠੀਕ ਕੀਤਾ ਰੂਪ ਸਿੰਘ? ਮੈਂ ਤੇਰੇ ਤੋਂ ਇਸ ਕਰਕੇ ਪੁੱਛਿਆ ਕਿਉਂਕਿ ਤੂੰ ਕਾਂਗਰਸੀ ਆ। ਉਸਨੇ ਕਿਹਾ, ਜਵਾਹਰ ਲਾਲ ਨਹਿਰੂ ਅੰਗਰੇਜ਼ਾਂ ਦੇ ਖਿਲਾਫ ਲੜਿਆ, ਸਿੱਖਾਂ ਦਾ ਉਸਦੇ ਨੇ ਸਾਥ ਦਿੱਤਾ, ਸਿੱਖਾਂ ਨੇ ਉਸਦਾ ਸਾਥ ਦਿੱਤਾ। ਮੈਂ ਉਸ ਨੂੰ ਕਈ ਵਾਰੀ ਦੇਖਿਆ ਕਿ ਪ੍ਰਧਾਨ ਮੰਤਰੀ ਹੁੰਦਿਆਂ ਉਹ ਸੁਰੱਖਿਆ ਦੇ ਘੇਰੇ ਤੋੜ ਕੇ ਸਿੱਖਾਂ ਵਿੱਚ ਜਾ ਵੜਦਾ ਤੇ ਜੱਫੀਆਂ ਪਾ ਕੇ ਮਿਲਦਾ। ਫਿਰ ਇੰਦਰਾ ਗਾਂਧੀ ਪ੍ਰਧਾਨ ਮੰਤਰੀ ਬਣੀ ਤਾਂ ਸਿੱਖ ਉਹਦੇ ਖੈਰ ਖੁਆਹ ਰਹੇ, ਉਸਦੇ ਅੰਗ ਰੱਖਿਅਕ ਰਹੇ। ਅਕਾਲੀਆਂ ਦੀ ਸਿਆਸਤ ਦੀ ਗੱਲ ਫਿਰ ਕਰਾਂਗੇ, ਮੈਂ ਸਿੱਖਾਂ ਦੀ ਗੱਲ ਕਰ ਰਿਹਾ। ਦੇਸ਼ ਵਿੱਚ ਥਾਂ ਥਾਂ ਬਗਾਵਤਾਂ ਉੱਠੀਆਂ, ਅੰਦੋਲਨ ਚੱਲੇ, ਸਭ ਉਸਨੇ ਦਬਾ ਦਿੱਤੇ। ਸਿੱਖਾਂ ਨੇ ਉਸਦਾ ਸਾਥ ਦਿੱਤਾ, ਪਰ ਉਸਨੇ ਦਰਬਾਰ ਸਾਹਿਬ 'ਤੇ ਫੌਜਾਂ ਵੀ ਚੜ੍ਹ ਦਿੱਤੀਆਂ। ਜਦ ਉਸ ਬੀਬੀ ਨਾਲ ਸਿੱਖਾਂ ਨੇ ਜੋ ਕੀਤਾ ਸੀ ਉਹ ਤਾਂ ਜੱਗ ਜਾ ਰਿਹਾ। ਹੁਣ ਰਾਜੀਵ ਗਾਂਧੀ ਜਿੱਥੇ ਜਾਂਦਾ ਲਹੂ ਦੀਆਂ ਬੋਤਲਾਂ ਗੱਡੀ ਵਿੱਚ ਨਾਲ ਟੰਗੀ ਫਿਰਦਾ ਹੈ। ਬਈ ਪਤਾ ਨਹੀਂ ਕਿੱਥੇ ਲੋੜ ਪੈ ਜਾਵੇ। ਜੇ ਮੈਂ ਕਾਂਗਰਸੀਆਂ ਹਾਂ ਤਾਂ ਇਹ ਸਮਝ ਰੱਖਿਆ ਕਿ ਮੈਂ ਦਰਬਾਰ ਸਾਹਿਬ ਉੱਪਰ ਫੌਜਾਂ ਚਾੜ੍ਹਨ ਦੇ ਹੱਕ ਵਿੱਚ ਹੋ ਗਿਆ। ਬਾਈ ਜੀ, ਗੁਰੂ ਮਹਾਰਾਜ ਦੀ ਸੇਵਾ ਵਿੱਚ ਜੇ ਜਿੰਦ ਜਾਨ ਲੇਖੇ ਲੱਗ ਜਾਵੇ ਤਾਂ ਧੰਨ ਭਾਗ ਨੇ ਸਾਡੇ। ਮੈਂ ਕਾਂਗਰਸ ਦਾ ਵਰਕਰ ਹਾਂ, ਇਹ ਮੇਰੀ ਦੁਨੀਆਦਾਰੀ ਹੈ। ਧਰਮ ਤਾਂ ਮੇਰਾ ਸਿੱਖ ਹੀ ਹੈ ਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।